ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੇ ਮਾਮਲੇ ਦੇ ਵਿੱਚ ਦਾਖਲ ਅਪੀਲਾਂ ਖਾਰਜ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਨੇ ਫੈਸਲਾ ਸੁਣਾਉਂਦਿਆਂ ਅਹਿਮ ਵਿਵਸਥਾ ਦਿੱਤੀ ਹੈ। ਫੈਸਲੇ ਦੇ ਵਿੱਚ ਕਿਹਾ ਗਿਆ ਕਿ ਜੇਠੇ ਅਧਿਕਾਰ ਕਾਨੂੰਨ ਦੇ ਤਹਿਤ ਰਾਜਾ ਹਰਿੰਦਰ ਸਿੰਘ ਦੀ ਨਿੱਜੀ ਤੇ ਅਸਟੇਟ ਜਾਇਦਾਦ ਦੇ ਦਾਅਵੇ ਖਾਰਜ ਕੀਤੇ ਜਾਂਦੇ ਹਨ। ਹਾਲਾਂਕਿ ਅਪੀਲਕਰਤਾ ਮਹਾਰਾਣੀ ਮੋਹਿੰਦਰ ਕੌਰ ਵੱਲੋਂ 29 ਮਾਰਚ 1990 ਨੂੰ ਕੀਤੀ ਵਸੀਅਤ ਦੇ ਮੁਤਾਬਕ ਆਪਣੇ ਹਿੱਸੇ ਦੇ ਹੱਕਦਾਰ ਹੋਣਗੇ। ਪਰ ਆਖਿਰ ਕੀ ਸੀ ਫਰੀਦਕੋਟ ਦੀ ਸਫਰ-ਏ ਰਿਆਸਤ? ਫਰੀਦਕੋਟ ਰਿਆਸਤ ਜੋ ਕਿ ਆਜ਼ਾਦੀ ਤੋਂ ਪਹਿਲਾਂ ਸਭ ਤੋਂ ਛੋਟੀ ਰਿਆਸਤ ਸੀ। ਆਜ਼ਾਦੀ ਵੇਲੇ ਇੱਥੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦਾ ਸ਼ਾਸਨ ਸੀ। ਮਹਾਰਾਜਾ ਹਰਿੰਦਰ ਸਿੰਘ ਬਰਾੜ ਉਸ ਵੇਲੇ ਦੇ ਮਸ਼ਹੂਰ ਰਾਜਾ ਸਨ। ਮਹਾਰਾਜਾ ਹਰਿੰਦਰ ਸਿੰਘ 3 ਸਾਲ ਦੇ ਹੀ ਸਨ ਕਿ ਉਹਨਾਂ ਦੇ ਪਿਤਾ ਮਹਾਰਾਜਾ ਬਰਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਮਹਾਰਾਜਾ ਫਰੀਦਕੋਟ ਹਰਿੰਦਰ ਸਿੰਘ ਦੇ ਇੱਕ ਬੇਟਾ ਅਤੇ 3 ਬੇਟੀਆਂ ਹਨ। ਬੇਟਾ ਹਰਮੋਹਿੰਦਰ ਸਿੰਘ ਜਿਸ ਦੀ 1981 ਦੇ ਵਿੱਚ ਮੌਤ ਹੋ ਗਈ ਸੀ। ਆਪਣੇ ਬੇਟੇ ਦੀ ਮੌਤ ਤੋਂ ਬਾਅਦ ਮਹਾਰਾਜਾ ਹਰਿੰਦਰ ਸਿੰਘ ਕਾਫੀ ਉਦਾਸ ਰਹਿਣ ਲੱਗ ਗਏ ਸਨ ਅਤੇ 1999 ਦੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਦੀ ਵੀ ਮੌਤ ਹੋ ਗਈ। ਮਹਾਰਾਜਾ ਹਰਿੰਦਰ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਵਸੀਅਤ ਬਣਾਈ ਜਿਸ ਵਿੱਚ ਉਹਨਾਂ ਨੇ ਇੱਕ ਟਰਸਟ ਮਹਰਾਵਲ ਖੇਵਾਜੀ ਟਰਸਟ ਦਾ ਗਠਨ ਕੀਤਾ ਅਤੇ ਸਾਰੀ ਜਾਇਦਾਦ ਟਰਸਟ ਦੇ ਨਾਮ ਕਰ ਦਿੱਤੀ। ਕੁਝ ਘਰੇਲੂ ਕਾਰਨਾਂ ਕਰਕੇ ਆਪਣੀ ਬੇਟੀ ਦੀਪਿੰਦਰ ਕੌਰ ਨੂੰ ਇਸ ਦਾ ਚੇਅਰਮੈਨ ਅਤੇ ਮਹੀਪ ਇੰਦਰ ਕੌਰ ਨੂੰ ਵਾਈਸ ਚੇਅਰਮੈਨ ਲਗਾ ਦਿੱਤਾ ਗਿਆ। ਇਸ ਟਰਸਟ ਦੇ ਅਧੀਨ ਅੱਜ ਵੀ ਅਨੇਕਾਂ ਲੋਕ ਭਲਾਈ ਦੇ ਕੰਮ ਹੁੰਦੇ ਹਨ। ਮਹੀਪ ਇੰਦਰ ਕੌਰ ਦੀ 2001 ਦੇ ਵਿੱਚ ਮੌਤ ਹੋ ਗਈ। ਮਹੀਪ ਇੰਦਰ ਦੀ ਮੌਤ ਤੋਂ ਬਾਅਦ ਦੀਪਿੰਦਰ ਕੌਰ ਨੇ ਇਕੱਲਿਆਂ ਹੀ ਸਾਰਾ ਕੰਮ ਸੰਭਾਲਿਆ ਤੇ ਪਿਛਲੇ ਸਾਲ 2019 ਦੇ ਵਿੱਚ ਮਹਾਰਾਣੀ ਦੀਪਿੰਦਰ ਕੌਰ ਦੀ ਵੀ ਮੌਤ ਹੋ ਗਈ। ਮਹਾਰਾਜੇ ਦੀ ਤੀਸਰੀ ਬੇਟੀ ਨੇ ਅੱਜ ਤੋਂ 22 ਸਾਲ ਪਹਿਲਾਂ ਮਹਾਰਾਜੇ ਵੱਲੋਂ ਆਪਣੀ ਸਾਰੀ ਜਾਇਦਾਦ ਜੋ ਕਿ 20,000 ਕਰੋੜ ਤੋਂ ਵੱਧ ਦੀ ਹੈ ਤੇ ਕੀਤੀ ਵਸੀਅਤ ਤੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਸੀ ਕਿ ਇਹ ਵਸੀਅਤਨਾਮਾ ਠੀਕ ਨਹੀਂ ਹੈ। ਤਕਰੀਬਨ 22 ਸਾਲ ਕੇਸ ਚੱਲਿਆ ਅਤੇ 100 ਪੇਸ਼ੀਆਂ ਤੋਂ ਬਾਅਦ ਮਾਣਯੋਗ ਅਦਾਲਤ ਨੇ ਇਸ ਕੇਸ ਦਾ ਫੈਸਲਾ ਮਹਾਰਾਣੀ ਅੰਮ੍ਰਿਤ ਕੌਰ ਦੇ ਹੱਕ ਦੇ ਵਿੱਚ ਕਰ ਦਿੱਤਾ। ਹੁਣ ਖੇਵਾਜੀ ਟਰਸਟ ਵੱਲੋਂ ਇਸ ਫੈਸਲੇ ਨੂੰ ਵੇਖਦੇ ਹੋਇਆ ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਰਿਆਸਤ ਜਿਹੜੀ ਹੈ ਇਹ ਹਿੰਦੁਸਤਾਨ ਵਿੱਚ ਆਜ਼ਾਦੀ ਤੋਂ ਪਹਿਲਾਂ ਸਭ ਤੋਂ ਛੋਟੀ ਰਿਆਸਤ ਸੀ ਤੇ ਆਜ਼ਾਦੀ ਵੇਲੇ ਇੱਥੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਉਹਨਾਂ ਦਾ ਇੱਥੇ ਸ਼ਾਸਨ ਸੀਗਾ। ਇਹ ਮਹਾਰਾਜਾ ਫਰੀਦਕੋਟ ਦੇ ਬਹੁਤ ਹੀ ਪਾਪੂਲਰ ਮਹਾਰਾਜਾ ਹੋਏ ਨੇ। ਇਹ 3 ਸਾਲ ਦੀ ਉਮਰ ਵੀ ਸੀ ਜਦੋਂ ਇਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਮਹਾਰਾਜਾ ਬਰਜਿੰਦਰ ਸਿੰਘ ਦਾ ਤੇ ਉਸ ਵਕਤ ਇਹਨਾਂ ਦੇ ਨਾਲ ਇੱਕ ਕੌਂਸਲ ਲਗਾ ਦਿੱਤੀ ਗਈ ਤੇ ਇਹਨਾਂ ਨੇ ਰਲ ਕੇ ਪ੍ਰਸ਼ਾਸਨ ਚਲਾਇਆ ਤੇ ਜਦੋਂ ਇਹਨਾਂ ਦੀ ਉਮਰ 'ਚ ਪੂਰੇ 10 ਸਾਲ ਇਸ ਤਰ੍ਹਾਂ ਪ੍ਰਸ਼ਾਸਨ ਚੱਲਿਆ ਫਰੀਦਕੋਟ ਦਾ ਜਿਹਦੇ ਵਿੱਚ ਇਹਨਾਂ ਦੀ ਮਦਦ ਵਾਸਤੇ ਇੱਕ ਕੌਂਸਲ ਸੀਗੀ। ਜਦੋਂ ਇਹਨਾਂ ਨੂੰ ਇੰਡੀਪੈਂਡੈਂਟ ਚਾਰਜ ਦਿੱਤਾ ਗਿਆ ਤੇ ਖਾਸ ਤੌਰ ਤੇ ਆਜ਼ਾਦੀ ਵੇਲੇ ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਉਸ ਵਕਤ ਪੰਜਾਬ ਦੇ ਵਿੱਚ ਖਾਸ ਤੌਰ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਜਿਸ ਦਾ ਨਾਂ ਸੀਗਾ ਇੱਥੇ ਫਰੀਦਕੋਟ ਦੇ ਵਿੱਚ ਉਹ ਲਹਿਰ ਜਿਹੜੀ ਹੈ ਬਹੁਤ ਹੀ ਵੱਡੀ ਲਹਿਰ ਬਣ ਗਈ ਜਿਸ ਨੂੰ ਸਪੀਅਰ ਹੈਡ ਕਰਨ ਵਾਲੇ ਉਸ ਵਕਤ ਗਿਆਨੀ ਜੈਲ ਸਿੰਘ ਸੀ ਜਿਹੜੇ ਅੱਜ ਮਰਹੂਮ ਰਾਸ਼ਟਰਪਤੀ ਹੋਏ ਨੇ ਸਾਡੇ ਦੇਸ਼ ਦੇ। ਔਰ ਉਹ ਲਹਿਰ ਸੀ ਪ੍ਰਜਾ ਮੰਡਲ ਦੀ ਲਹਿਰ ਤੇ ਉਸ ਲਹਿਰ ਦੇ ਵਿੱਚ ਇੱਕ ਆਵਾਜ਼ ਉਠਾਈ ਸੀਗੀ ਕਿ ਜਿਹੜੀ ਜ਼ਮੀਨ ਹੈਗੀ ਹੈ ਇਸ ਇਲਾਕੇ 'ਚ ਜਿਹੜੇ ਕਿਸਾਨ ਜ਼ਮੀਨ ਕਰਦੇ ਨੇ ਉਹ ਮਾਲਕੀਅਤ ਉਹਨਾਂ ਕੋਲ ਹੀ ਹੋਣੀ ਚਾਹੀਦੀ ਹੈ ਜਿਹੜੇ ਵਾਹੁੰਦੇ ਨੇ। ਇਸ ਗੱਲ ਦਾ ਵਿਰੋਧ ਕੀਤਾ ਸੀ ਮਹਾਰਾਜ ਨੇ ਤੇ ਲੋਕ ਰਾਏ ਬਿਲਡ ਹੋ ਗਈ ਕਿਉਂਕਿ ਉਹਨਾਂ ਦਿਨਾਂ ਵੀ ਸੰਘਰਸ਼ ਦੇ ਦਿਨ ਸੀ, ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਸੀ। ਇੱਥੋਂ ਤੱਕ ਮੂਵਮੈਂਟ ਜੋੜ ਫੜ ਗਈ ਕਿ ਜਵਾਹਰ ਲਾਲ ਨਹਿਰੂ ਇੱਥੇ ਫਰੀਦਕੋਟ ਵਿੱਚ ਆਏ 1946 ਦੇ ਵਿੱਚ ਉਹ ਆਏ। ਜਦੋਂ ਉਹ ਸਟੇਸ਼ਨ ਤੇ ਪਹੁੰਚੇ ਤੇ ਪੰਜਾਬ ਮੇਲ ਤੇ ਉਹ ਆਏ ਸੀਗੇ ਤੇ ਸਟੇਸ਼ਨ ਤੇ ਇੱਥੋਂ ਦੇ ਜਿਤਨੇ ਵੀ ਪੰਡਤ ਚੇਤਨ ਦੇਵ, ਗਿਆਨੀ ਜੈਲ ਸਿੰਘ, ਸਰਦਾਰ ਅਮਰ ਸਿੰਘ ਸੁਖੀਜਾ ਤੇ ਹੋਰ ਜਿਤਨੇ ਵੀ ਇੱਥੇ ਫਰੀडम फाइटर ਸੀਗੇ ਉਸ ਵੇਲੇ ਦੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ 100 ਦਫਾ 144 ਲੱਗ ਚੁੱਕੀ ਹੈ। ਤਾਂ ਨਹਿਰੂ ਜੀ ਨੇ ਫੈਸਲਾ ਕੀਤਾ ਕਿ ਇਹ ਦਫਾ ਤੋੜੀ ਜਾਏਗੀ।
ਉਹ ਸਾਰੇ ਉਸ ਗਰੁੱਪ ਨੂੰ ਲੈ ਕੇ ਸ਼ਹਿਰ ਵੱਲ ਤੁਰ ਪਏ ਤੇ ਅਖੀਰ ਦਾਣਾ ਮੰਡੀ 'ਚ, ਪੁਰਾਣੀ ਦਾਣਾ ਮੰਡੀ 'ਚ ਉੱਥੇ ਪਹੁੰਚੇ ਤੇ ਨਿੰਮ ਦੇ ਉੱਪਰ ਉਹਨਾਂ ਨੇ ਝੰਡਾ ਤਿਰੰਗਾ ਲਾਇਆ। ਤੇ ਜਿਵੇਂ ਕਿ ਇਤਿਹਾਸਕਾਰ ਦੱਸਦੇ ਨੇ ਕਿ ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੀ ਮੀਟਿੰਗ ਵੀ ਹੋਈ ਮਹਾਰਾਜ ਦੇ ਨਾਲ, ਔਰ ਮਹਾਰਾਜ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨ ਲਈਆਂ ਔਰ ਸਾਥ ਦਿੱਤਾ। ਆਜ਼ਾਦੀ ਤੋਂ ਬਾਅਦ ਇਹ ਜਿਹੜੀ ਸਟੇਟ ਹੈਗੀ ਹੈ, ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹਿੰਦੁਸਤਾਨ ਨਾਲ ਹੀ ਰਹਿਣਾ। ਸ਼ੁਰੂ ਵਿੱਚ ਇਹ ਪੈਪਸੂ ਦਾ ਹਿੱਸਾ ਸੀਗਾ। 1972 ਵਿੱਚ ਇਹ ਜ਼ਿਲ੍ਹਾ ਬਣ ਗਿਆ ਤੇ ਜਦੋਂ ਜਿਵੇਂ ਤੁਹਾਨੂੰ ਪਤਾ ਕਿ ਹਿੰਦੁਸਤਾਨ ਵਿੱਚ ਮਿਸਿਸ ਇੰਦਰਾ ਗਾਂਧੀ ਨੇ ਸਾਰੇ ਇਹਨਾਂ ਰਾਜਾਂ ਤੋਂ ਅਧਿਕਾਰ ਲੈ ਲਏ ਸੀ ਤੇ ਉਹ ਹਿੰਦੁਸਤਾਨ ਦੀ ਯੂਨੀਅਨ ਵਿੱਚ ਰਲਾ ਲਏ ਸੀ। ਹੀ ਵਾਜ਼ ਆਲਸੋ ਅ ਪਾਰਟ ਆਫ ਦੈਟ। ਜਿੰਨਾ ਚਿਰ ਮਹਾਰਾਜਾ ਹਰਿੰਦਰ ਸਿੰਘ ਇੱਥੇ ਰਹੇ, ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। ਪਹਿਲਾਂ ਇਸ ਸਕੂਲ ਦੇ ਵਿੱਚ, ਇਹ ਛੋਟੀ ਸਟੇਟ ਹੋਣ ਕਰਕੇ ਅਜੇ ਤੱਕ ਪਹਿਲੇ ਰਾਜਿਆਂ ਨੇ ਕੀ ਕੰਮ ਕੀਤੇ ਸੀਗੇ। 1884 ਵਿੱਚ ਇੱਥੋਂ ਪੰਜਾਬ ਮੇਲ ਸ਼ੁਰੂ ਹੋ ਗਈ ਸੀ ਬੰਬੇ ਤੱਕ, ਤੇ ਇਸ ਜ਼ਿਲ੍ਹੇ ਨੂੰ 4 ਪਰਗਣਿਆਂ ਚੋਂ 2 ਪਰਗਣਿਆਂ 'ਚ ਬਦਲ ਦਿੱਤਾ ਸੀਗਾ। ਹਰ ਪਿੰਡ ਦੇ ਵਿੱਚ ਮਿਡਲ ਸਕੂਲ ਹੁੰਦਾ ਸੀਗਾ ਤੇ ਆਸੇ-ਪਾਸੇ ਸੜਕਾਂ ਦਾ ਜਾਲ ਵਿਛਿਆ ਸੀਗਾ। ਜਿਹੜਾ ਸਭ ਤੋਂ ਮਹੱਤਵਪੂਰਨ ਕੰਮ ਮਹਾਰਾਜਾ ਹਰਿੰਦਰ ਸਿੰਘ ਨੇ ਕੀਤਾ ਉਹ ਸੀਗਾ, ਉਹ ਸਿੱਖਿਆ ਪ੍ਰੇਮੀ ਸੀ। ਉਹ ਸੀ ਬਰਜਿੰਦਰਾ ਕਾਲਜ ਬਣਾਉਣਾ। ਬਰਜਿੰਦਰਾ ਕਾਲਜ, ਪਹਿਲੇ ਬਰਜਿੰਦਰਾ ਮਹਾਰਾਜਾ ਬਰਜਿੰਦਰ ਸਿੰਘ ਦੀ ਯਾਦ ਦੇ ਵਿੱਚ ਬਰਜਿੰਦਰਾ ਕਾਲਜ, ਤੇ ਉਹ ਬਰਜਿੰਦਰਾ ਕਾਲਜ ਉਹਨਾਂ ਦਾ ਬਣਾਇਆ ਹੋਇਆ ਅੱਜ ਹਿੰਦੁਸਤਾਨ ਵਿੱਚ ਨੈਕ ਨਾਲ ਅਕ੍ਰੈਡਿਟਡ A ਗ੍ਰੇਡ ਕਾਲਜ ਹੈਗਾ, ਜਿੱਥੇ ਸਾਰੇ ਹਿੰਦੁਸਤਾਨ ਵਿੱਚ ਕੋਈ ਸੈਂਕੜੇ ਕਾਲਜ ਨੇ ਜਿਹੜੇ A ਗ੍ਰੇਡ ਜਿਨ੍ਹਾਂ ਨੂੰ ਮਿਲਿਆ, ਤੇ ਬਰਜਿੰਦਰਾ ਕਾਲਜ ਉਹਨਾਂ ਚੋਂ। ਬਹੁਤ ਸ਼ਾਨਦਾਰ ਕੈਂਪਸ, ਹਰ ਤਰ੍ਹਾਂ ਦੀਆਂ ਰਹਿਤਾਂ। ਫਿਰ ਵਿਕਰਮ ਕਾਲਜ ਆਫ ਕਾਮਰਸ, ਉਹ ਵੀ ਇੱਥੇ ਖੋਲ੍ਹਿਆ। B.Ed ਕਾਲਜ ਵੀ ਖੋਲ੍ਹਿਆ। ਔਰ ਸਭ ਤੋਂ ਜਿਹੜਾ ਅੱਜ ਕੱਲ੍ਹ ਨਹਿਰੂ ਸਟੇਡੀਅਮ ਹੈਗਾ, ਇਸ ਦਾ ਨਾਂ ਵਿਕਟਰੀ ਸਟੇਡੀਅਮ ਹੁੰਦਾ ਸੀ। ਇਹ ਵੀ ਇਹਨਾਂ ਨੇ ਬਣਾਇਆ ਆਪਣੇ ਵੇਲੇ। ਔਰ ਸਭ ਤੋਂ ਜਿਹੜਾ ਜਿਤਨੇ ਵੀ ਇੱਥੋਂ ਦੇ ਪਿੰਡ ਸੀਗੇ, ਦੇ ਵਰ ਵੈਲ ਕਨੈਕਟਡ ਵਿਦ ਰੋਡਸ। ਤੇ ਸੈਕਟਰੀਏਟ ਬਿਲਡਿੰਗ ਜਿਹੜੀ ਹੈ ਇਹਨਾਂ ਨੇ ਬਣਾਈ, ਜਿਹੜੀ ਅੱਜ ਵੀ ਆਰਕੀਟੈਕਚਰ ਦਾ ਇੱਕ ਵਧੀਆ ਨਿਸ਼ਾਨੀ ਹੈਗੀ ਹੈ। 1981 ਦੇ ਵਿੱਚ ਇਹਨਾਂ ਦੀ ਜਿਹੜਾ ਇਹਨਾਂ ਦਾ ਬੇਟਾ, ਇਹਨਾਂ ਦੇ 3 ਬੇਟੀਆਂ ਤੇ 1 ਬੇਟਾ ਸੀ। ਬੇਟੇ ਦਾ ਨਾਮ ਜਿਹੜਾ ਸੀਗਾ ਹਰਮੋਹਿੰਦਰ ਸਿੰਘ ਸੀਗਾ। ਉਸ ਦੀ ਡੈਥ 1981 ਵਿੱਚ ਹੋ ਗਈ। 1981 ਵਿੱਚ 에ਅਰ ਕ੍ਰੈਸ਼ ਵਿੱਚ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਕਾਫੀ ਡਿਪਰੈਸ ਰਹਿਣ ਲੱਗ ਪਏ ਤੇ ਇਹਨਾਂ ਦੀ ਆਪ ਦੀ ਡੈਥ 1999 ਦੇ ਵਿੱਚ ਹੋਈ। 1999 ਵਿੱਚ ਉਸ ਵਕਤ ਜਦੋਂ ਡੈਥ ਤੋਂ ਪਹਿਲਾਂ 3 ਬੇਟੀਆਂ ਸੀਗੀਆਂ। ਇੱਕ ਸੀਗੀ ਮਹੀਪ ਇੰਦਰ ਕੌਰ, ਦੂਸਰੀ ਸੀ ਦਪਿੰਦਰ ਕੌਰ, ਤੀਸਰੀ ਸੀ ਅੰਮ੍ਰਿਤ ਕੌਰ। ਜਿਹੜੀ ਸੀਗੀ ਦਪਿੰਦਰ ਕੌਰ, ਉਹ ਮਹੀਪ ਇੰਦਰ ਕੌਰ, ਇਹ ਉਸ ਵਕਤ ਜਿੰਦੀਆਂ ਸੀਗੀਆਂ, ਪਰ ਇੱਕ ਵਿਲ ਬਣਾਈ ਗਈ ਕਿਉਂਕਿ ਬੇਟਾ ਹੈ ਨਹੀਂ ਸੀਗਾ। ਤੇ ਜਿਹੜੀ ਅੰਮ੍ਰਿਤ ਕੌਰ ਤੀਸਰੀ ਡਾਟਰ ਸੀ, ਉਸ ਨੂੰ ਮਹਾਰਾਜ ਨੇ ਇਨਹੈਰਿਟ ਕਰਤਾ ਸੀਗਾ, ਡਿਸਇਨਹੈਰਿਟ ਕਰਤਾ ਸੀ। ਉਹਨਾਂ ਨੇ ਕਿਹਾ ਕਿਉਂਕਿ ਉਹਨੇ ਵਿਆਹ ਆਪਣੀ ਮਰਜ਼ੀ ਨਾਲ ਕੀਤਾ ਸੀ, ਇਸ ਕਰਕੇ ਮਹਾਰਾਜ ਨੇ ਉਹਨੂੰ ਬੇਦਖਲ ਕਰ ਦਿੱਤਾ ਸੀ। ਤੇ ਉਹਨਾਂ ਦੀ ਐਬਸੈਂਸ ਵਿੱਚ ਇੱਕ ਵਿਲ ਬਣਾਈ ਗਈ, ਜਿਹਦੇ ਵਿੱਚ ਮਹਿਰਾਵਲ ਖੇਵਾ ਜੀ ਟਰਸਟ ਕਾਇਮ ਕੀਤਾ ਗਿਆ, ਜਿਹਦੇ ਨਾਲ ਸਾਰੀ ਪ੍ਰਾਪਰਟੀ ਕਰ ਦਿੱਤੀ ਗਈ, ਜਿਸ ਦੀ ਚੇਅਰਮੈਨ ਬਣਾ ਦਿੱਤੀ ਗਈ ਦਪਿੰਦਰ ਕੌਰ ਤੇ ਜਿਸ ਦੀ ਵਾਈਸ ਚੇਅਰਮੈਨ ਬਣਾ ਦਿੱਤੀ ਗਈ ਮਹੀਪ ਇੰਦਰ ਕੌਰ। ਤੇ ਮਹੀਪ ਇੰਦਰ ਕੌਰ ਜਿਹੜੀ ਹੈ 2001 ਦੇ ਵਿੱਚ ਉਹਦੀ ਡੈਥ ਹੋ ਜਾਂਦੀ। ਔਰ ਦਪਿੰਦਰ ਕੌਰ ਜਿਹੜੀ ਬਾਅਦ ਵਿੱਚ ਲੁੱਕ ਆਫਟਰ ਕਰਦੀ ਰਹੀ ਇਸ ਟਰਸਟ ਨੂੰ, ਉਹਦੀ ਪਿਛਲੇ ਸਾਲ ਡੈਥ ਹੋ ਜਾਂਦੀ। ਤੇ ਇਹਨਾਂ ਨੇ ਅੰਮ੍ਰਿਤ ਕੌਰ ਨੇ ਇੱਕ ਕੇਸ ਪੂਰੇ ਅੱਜ ਤੋਂ 22 ਸਾਲ ਪਹਿਲਾਂ
ਇਹਨਾਂ ਨੇ ਕੇਸ ਕਰ ਦਿੱਤਾ ਕਿ ਜਿਹੜੀ ਇਹ ਵਿਲ ਹੈਗੀ ਹੈ ਜੋ ਇਹਨਾਂ ਨੇ ਬਣਾਈ ਹੈ ਇਹ ਬਿਲਕੁਲ ਜਾਲੀ ਵਿਲ ਹੈਗੀ। ਮੇਰੇ ਪਿਤਾ ਨੇ ਕੋਈ ਉਹਦੀ ਵਿਲ ਨਹੀਂ ਸੀ ਬਣਾਈ। ਤੇ ਇਹ ਕੇਸ 21-22 ਸਾਲ ਚੱਲਣ ਤੋਂ ਬਾਅਦ ਇਹਦੀ ਸਾਰੇ ਜਿਤਨੇ ਵੀ ਇਹਨਾਂ ਦੇ ਐਸੈਟਸ ਨੇ, ਪ੍ਰਾਪਰਟੀ ਫਰੀਦਕੋਟ ਦੀ, ਦਿੱਲੀ ਦੀ, ਸ਼ਿਮਲੇ ਦੀ, ਜਿੱਥੇ ਜਿੱਥੇ ਵੀ ਇਹਨਾਂ ਦੀ ਪ੍ਰਾਪਰਟੀ ਹੈ, ਈਵਨ ਇਹਨਾਂ ਦਾ ਜਿਹੜਾ ਜਹਾਜ਼ ਗਰਾਊਂਡ ਹੈ ਵਿਦ ਰੋਲਸ ਰਾਇਸ ਵਗੈਰਾ ਜਿਹੜੀਆਂ ਪੁਰਾਣੀਆਂ ਵਿੰਟੇਜ ਕਾਰ ਹੈਗੀਆਂ ਨੇ, ਮਹਲ ਹੈਗਾ, ਉਹ 20,000 ਕਰੋੜ ਦੇ ਐਸੈਟਸ ਬਣਦੇ ਨੇ। ਤੇ ਹੁਣ ਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਉਹ ਜਿਹੜੀ ਵਿਲ ਗਲਤ ਸੀਗੀ ਤੇ ਸਾਰੀ ਦੀ ਸਾਰੀ ਪ੍ਰਾਪਰਟੀ ਦੀ ਮਾਲਕ ਜਿਹੜੀ ਹੈਗੀ ਹੈ ਉਹ ਅੰਮ੍ਰਿਤ ਕੌਰ ਹੈਗੀ ਹੈ। ਤੇ ਇਸ ਨੂੰ ਅੱਗੋਂ ਹੁਣ ਕੋਈ ਇਸ ਦੇ ਖਿਲਾਫ ਦੇਖਿਆ ਜਾਏ ਤੇ ਇਹਦੇ ਵਿੱਚ ਇੱਥੇ ਤੁਹਾਨੂੰ ਇੱਕ ਮੈਂ ਯਾਦਾਸ਼ਤ ਵਾਸਤੇ ਦੱਸਦਾ ਕਿ ਇਸ ਰਿਟ ਦੇ ਵਿੱਚ ਇੱਕ ਹੋਰ ਵੀ ਰਿਟ ਸੀਗੀ ਜੋ ਕੌਰ ਸਾਹਿਬ, ਜੋ ਮਨਜੀਤ ਇੰਦਰ ਸਿੰਘ, ਇਹਨਾਂ ਦੇ ਛੋਟੇ ਭਰਾ ਸੀ ਮਹਾਰਾਜਾ ਹਰਿੰਦਰ ਸਿੰਘ ਦੇ, ਉਹਨਾਂ ਦੇ ਪੁੱਤਰ ਭਾਰਤਿੰਦਰ ਸਿੰਘ ਨੇ ਇੱਕ ਰਿਟ ਕੀਤੀ ਸੀਗੀ ਕਿ ਇਹਦੇ ਵਿੱਚ ਸਾਡਾ ਵੀ ਹਿੱਸਾ ਬਣਦਾ। ਉਹਨਾਂ ਦੇ ਬੇਟੇ ਨੇ ਅੱਗੋਂ, ਕਿ ਭਾਰਤਿੰਦਰ ਸਿੰਘ ਦੀ ਵੀ ਡੈਥ ਹੋ ਗਈ, ਬੇਟੇ ਨੇ ਅੱਗੋਂ ਕੰਟੀਨਿਊ ਕਰਤੀ, ਪਰ ਹਾਈ ਕੋਰਟ ਨੇ ਸਾਰਿਆਂ ਦੇ ਕਲੇਮਸ ਜਿਹੜੇ ਨੇ ਉਹ ਡਿਸਰਿਗਾਰਡ ਕਰ ਦਿੱਤੇ ਤੇ ਸਾਰੀ ਦੀ ਸਾਰੀ ਪ੍ਰਾਪਰਟੀ ਦਾ ਕਾਨੂੰਨੀ ਹੱਕਦਾਰ ਅੰਮ੍ਰਿਤ ਕੌਰ ਨੂੰ ਬਣਾ ਦਿੱਤਾ। ਤੇ ਅੱਜ ਦੀ ਸਥਿਤੀ ਇਹ ਹੈ ਕਿ ਜਿਹੜਾ ਟਰਸਟ ਬਣਿਆ ਸੀ ਉਹ ਪ੍ਰਾਪਰਟੀ ਕਿਵੇਂ ਟ੍ਰਾਂਸਫਰ ਹੋਏਗੀ, ਕਿਵੇਂ ਉਹਨਾਂ ਦੇ ਨਾਂ ਤੇ ਦਿੱਤੀ ਜਾਏਗੀ। ਇਹ ਬੀਬਾ ਅੰਮ੍ਰਿਤ ਕੌਰ ਇਸ ਵਕਤ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ। ਇਹਨਾਂ ਦੀ ਇੱਕ ਬੇਟੀ ਹੈਗੀ ਜਿਹਦਾ ਨਾਂ ਗੁਰਬੀਨ ਕੌਰ ਹੈ ਤੇ ਸ਼ੀ ਹੈਡ ਬੀਨ ਮੈਰਿਡ ਟੂ ਅ ਪੁਲਿਸ ਆਫਿਸਰ। ਠੀਕ ਹੈ। ਤੇ ਫਰੀਦਕੋਟ ਦੇ ਲੋਕ ਮਹਾਰਾਜਾ ਹਰਿੰਦਰ ਸਿੰਘ ਦੀ ਇਸ ਕਰਕੇ ਰਿਣੀ ਨੇ ਕਿ ਉਹਨਾਂ ਨੇ ਇਸ ਸ਼ਹਿਰ ਨੂੰ ਇਸ ਤਰੀਕੇ ਨਾਲ ਬਣਾਇਆ ਸੀਗਾ, ਡਿਜ਼ਾਈਨ ਕੀਤਾ ਸੀ। ਸੈਕਟਰੀਏਟ ਜਿੰਨੀਆਂ ਬਿਲਡਿੰਗਸ ਨੇ ਉਹਨਾਂ ਨੇ ਆਪ ਡਿਜ਼ਾਈਨ ਕਰਵਾਈਆਂ ਸੀਗੀਆਂ। ਉਹਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਕਿ ਅੱਜ ਇਸ ਵਕਤ ਸਾਰੇ ਪੰਜਾਬ ਦਾ ਇਹ ਪੋਲਿਊਸ਼ਨ ਫਰੀ ਸਿਟੀ ਹੈ ਔਰ ਇਤਨਾ ਛੋਟਾ ਔਰ ਸਵੱਛ ਸ਼ਹਿਰ ਹੈਗਾ। ਇਹਦੀ ਸਵੱਛਤਾ ਦੀ ਮਿਸਾਲ ਵੀ ਜਿਹੜੀ ਹੈ ਸਾਰੇ ਹਿੰਦੁਸਤਾਨ ਵਿੱਚ ਦਿੱਤੀ ਜਾਂਦੀ ਹੈ। ਤੇ ਇਸ ਵਕਤ ਬਾਬਾ ਫਰੀਦ ਯੂਨੀਵਰਸਿਟੀ ਇੱਥੇ ਆਉਣ ਦੇ ਨਾਲ, ਜੋ ਲਗਭਗ 1995-96 ਦੇ ਵਿੱਚ ਆਈ, ਉਹਦੇ ਨਾਲ ਇਹ ਪੂਰਾ ਫਰੀਦਕੋਟ ਇੱਕ ਐਜੂਕੇਸ਼ਨ ਸੈਂਟਰ ਆਫ ਐਜੂਕੇਸ਼ਨ ਬਣ ਗਿਆ। ਤੇ ਅੱਜ ਦੁਨੀਆ ਭਰ ਦੇ ਜਿਹੜੇ ਐਕਸਪਰਟ ਡਾਕਟਰਸ ਨੇ, ਜਿਹੜੇ ਸਕਾਲਰਸ ਨੇ, ਉਹ ਇੱਥੇ ਫਰੀਦਕੋਟ ਆਉਂਦੇ ਨੇ ਤੇ ਆਪਣੇ ਇਸ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਤੋਂ, ਕਾਲਜਾਂ ਤੋਂ ਸਿੱਖਿਆ ਪ੍ਰਾਪਤ ਕਰਨ। ਮੋਰ ਓਵਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਉਹ ਬਰਜਿੰਦਰਾ ਕਾਲਜ ਜਿਹੜਾ ਇਹਨਾਂ ਨੇ ਬਣਾਇਆ ਉਹਦੇ ਚੋਂ ਬਹੁਤ ਸਾਰੇ ਓਲੰਪੀਅਨਸ ਪ੍ਰੋਡਿਊਸ ਕੀਤੇ ਨੇ ਇਹਨਾਂ ਨੇ। ਤੇ ਅੱਜ ਉਹ ਉਸੇ ਇਹਨਾਂ ਦੇ ਬਣਾਏ ਹੋਏ ਕਾਲਜ ਵਿੱਚ ਹੀ ਐਸਟ੍ਰੋ ਟਰਫ ਲੱਗੀ ਹੋਈ ਹੈ ਤੇ ਜਿੱਥੇ ਹਰ ਸਾਲ ਬਾਬਾ ਫਰੀਦ ਮੈਮੋਰੀਅਲ ਹਾਕੀ ਸੁਸਾਇਟੀ ਵੱਲੋਂ, ਕਲੱਬ ਵੱਲੋਂ ਆਲ ਇੰਡੀਆ ਨੈਸ਼ਨਲ ਗੋਲਡਨ ਕੱਪ ਦੇ ਮੈਚ ਵੀ ਕਰਾਏ ਜਾਂਦੇ ਨੇ। ਤੇ ਇਹ 1972 ਵਿੱਚ ਸ਼ਾਇਦ ਗਿਆਨੀ ਜੈਲ ਸਿੰਘ ਹੋਰਾਂ ਨੇ ਇਸ ਨੂੰ ਜ਼ਿਲ੍ਹਾ ਬਣਾ ਦਿੱਤਾ ਸੀਗਾ। ਤੇ ਅੱਜ ਦੇਸ਼ ਦੀ ਸਿਆਸਤ ਵਿੱਚ, ਦੇਸ਼ ਦੀ ਐਗਰੀਕਲਚਰ ਵਿੱਚ ਤੇ ਦੇਸ਼ ਦੀ ਐਜੂਕੇਸ਼ਨ ਵਿੱਚ ਇਸ ਸਟੇਟ ਦਾ, ਇਸ ਜ਼ਿਲ੍ਹੇ ਦਾ ਬਹੁਤ ਮਹੱਤਵਪੂਰਨ ਰੋਲ ਹੈ। ਫਰੀਦਕੋਟ ਬੁਨਿਆਦੀ ਤੌਰ ਤੇ ਇੱਕ ਰਿਆਸਤੀ ਸ਼ਹਿਰ ਸੀ, ਜਿਵੇਂ ਪਟਿਆਲਾ ਸੀ ਜਾਂ ਕਪੂਰਥਲਾ ਸੀ, ਤਾਂ ਉਹਨਾਂ ਵਾਂਗ ਫਰੀਦਕੋਟ ਦੇ ਵਿੱਚ ਜਿੰਨਾ ਵੀ ਏਰੀਆ ਸੀ ਬੜੀ ਦੂਰ ਤਾਈਂ ਉਹ ਸਾਰਾ ਜਿਹੜਾ ਇਲਾਕਾ ਹੈਗਾ ਉਹ ਫਰੀਦਕੋਟ ਦੇ ਰਾਜਿਆਂ ਨਾਲ ਸੰਬੰਧਿਤ ਸੀ। ਹਾਂ, ਇਹ ਗੱਲ ਸੱਚੀ ਹੈ ਕਿ ਸਮੇਂ-ਸਮੇਂ ਸਿਰ ਤੇ ਵੱਖ-ਵੱਖ ਜਿਵੇਂ ਭੱਟੀ ਰਾਜਪੂਤਾਂ ਦਾ ਰਾਜ ਰਿਹਾ, ਤੇ ਜੇ ਪਿੱਛੇ ਜੇ ਗੱਲ ਕਰੀਏ ਤਾਂ ਬਰਾੜ ਬੰਸ ਜਿਹੜੇ ਹੈਗੇ ਆ, ਬਰਾੜ ਪਰਿਵਾਰ ਹੈ, ਉਹਨਾਂ ਦਾ ਰਾਜ ਰਿਹਾ ਇੱਥੇ, ਜਿਹੜਾ ਰਾਜ ਘਰਾਣਾ ਸੀ। ਇਤਿਹਾਸ ਇਹ ਹੈ ਜੀ ਕਿ ਫਰੀਦਕੋਟ ਦੇ ਵਿੱਚ ਅਨੇਕਾਂ ਬਰਾੜ ਪਰਿਵਾਰ ਦੇ ਰਾਜੇ ਹੋਏ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਅਖੀਰਲੇ ਸਨ ਹਰਿੰਦਰ ਸਿੰਘ ਬਰਾੜ। ਉਹਨਾਂ ਦੀ ਲਗਭਗ 80 ਦੇ ਦਸ਼ਕ ਦੇ ਵਿੱਚ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਵਿਲ ਕੀਤੀ ਸੀਗੀ, ਟਰਸਟ ਬਣਾਇਆ ਸੀਗਾ, ਜਿਸ ਟਰਸਟ ਦੇ ਥੱਲੇ ਬੜੇ ਵੱਡੇ ਗਿਣਤੀ ਵਿੱਚ ਇਹਨਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਭਾਵੇਂ ਉਹ ਦਿੱਲੀ ਹੈਗੀਆਂ, ਭਾਵਾਂ ਉਹ ਮਸ਼ੋਬਰਾ ਜਿਹੜਾ ਸ਼ਿਮਲੇ ਦੇ ਕੋਲ ਇੱਕ ਹਿਮਾਚਲ ਦੇ ਵਿੱਚ ਸ਼ਹਿਰ ਹੈ ਉੱਥੇ ਹੈਗੀਆਂ, ਮਣੀ ਮਾਜਰਾ ਜਿਹੜਾ ਚੰਡੀਗੜ੍ਹ ਦੇ ਕੋਲੇ ਆ ਉੱਥੇ ਪ੍ਰਾਪਰਟੀਆਂ ਹੈਗੀਆਂ,
ਚੰਡੀਗੜ੍ਹ ਦੇ ਵਿੱਚ ਪ੍ਰਾਪਰਟੀਆਂ ਹੈਗੀਆਂ ਤੇ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਇਹਨਾਂ ਕੋਲੇ ਬੜੇ ਵੱਡੇ ਪੱਧਰ ਤੇ ਪ੍ਰਾਪਰਟੀਆਂ ਹੈ, ਜਿਹਦੇ ਵਿੱਚ ਇੱਕ ਰਾਜ ਮਹਿਲ ਵੀ ਹੈ ਤੇ ਇੱਕ ਕਿਲਾ ਵੀ ਹੈ। ਤੇ ਉਸ ਟਰਸਟ ਨੂੰ ਇਹ ਪਾਵਰਾਂ ਦੇ ਦਿੱਤੀਆਂ ਗਈਆਂ ਸਨ ਕਿ ਉਹ ਟਰਸਟ ਦੇ ਜਿਹੜਾ ਚੇਅਰਪਰਸਨ ਹੋਊਗਾ, ਉਹਨਾਂ ਦੀ ਜਿਹੜੀ ਵੱਡੀ ਬੇਟੀ ਹੈ ਹਰਿੰਦਰ ਸਿੰਘ ਬਰਾੜ, ਜਿਹੜੇ ਅਖੀਰਲੇ ਰਾਜਾ ਹੋਏ ਨੇ, ਉਹਨਾਂ ਦੀ ਜਿਹੜੀ ਵੱਡੀ ਬੇਟੀ ਹੈ ਦੀਪਿੰਦਰ ਕੌਰ, ਉਹਨੂੰ ਚੇਅਰਮੈਨ ਬਣਾ ਦਿੱਤਾ ਗਿਆ ਸੀ। ਤੇ ਉਸ ਟਰਸਟ ਨੂੰ ਜਿਹੜਾ ਹੈਗਾ ਐਸਾ ਮੁਕੰਮਲ ਤੌਰ ਤੇ ਕਾਨੂੰਨੀ ਤੌਰ ਤੇ ਪੱਕਾ ਕੀਤਾ ਗਿਆ ਕਿ ਉਸ ਟਰਸਟ ਨੇ ਕਈ ਸਾਲ ਬੜਾ ਲੰਬਾ ਅਰਸਾ ਇਹਨਾਂ ਪ੍ਰਾਪਰਟੀਆਂ ਦੀ ਸਾਂਭ ਸੰਭਾਲ ਕੀਤੀ ਤੇ ਇਹਨਾਂ ਦੀ ਰੱਖਿਆ ਕੀਤੀ। ਜੋ ਹਰਿੰਦਰ ਸਿੰਘ ਬਰਾੜ ਸੀ, ਉਹਨਾਂ ਦੇ 3 ਬੇਟੀਆਂ ਸੀ ਤੇ 1 ਬੇਟਾ ਸੀ। ਜਿਹੜਾ ਉਹਨਾਂ ਦਾ ਬੇਟਾ ਸੀ, ਉਹਦਾ ਰੋਡ ਐਕਸੀਡੈਂਟ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ। ਤੇ ਜਿਹੜੀ ਵੱਡੀ ਬੇਟੀ ਸੀ ਦੀਪਿੰਦਰ ਕੌਰ, ਉਹ ਵਿਆਹੀ ਸੀਗੀ ਵਰਤਮਾਨ ਸਟੇਟ ਦੇ ਵਿੱਚ, ਉਹ ਵੀ ਰਾਜੇ ਸਨ। ਤੇ ਜਿਹੜੀ ਉਹਨਾਂ ਦੀ ਉਦੋਂ ਛੋਟੀ ਬੇਟੀ ਸੀ ਅੰਮ੍ਰਿਤ ਕੌਰ, ਉਹ ਜਿਹੜੀ ਅੰਮ੍ਰਿਤ ਕੌਰ ਹੈ, ਉਹਨਾਂ ਨੇ ਆਪਦੇ ਜਿਹੜੇ ਹੈਗੇ ਆਪਦੀ ਖੁਸ਼ੀ ਨਾਲ ਵਿਆਹ ਕਰਾ ਲਿਆ ਕਿਸੇ ਪਰਿਵਾਰ ਦੇ ਵਿੱਚ, ਜਿਨ੍ਹਾਂ ਨੂੰ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਦਿੱਤਾ ਉਸ ਸਮੇਂ ਦੇ ਮਹਾਰਾਜਾ ਸਾਹਿਬ ਨੇ। ਤੇ ਉਹ ਚੰਡੀਗੜ੍ਹ ਜਿਸ ਘਰ ਵਿਆਹ ਹੋਇਆ ਸੀ, ਉਹਨਾਂ ਨਾਲ ਰਹਿਣ ਲੱਗ ਗਏ। ਹੁਣ ਉਹ ਸਵਰਗਵਾਸ ਹੋ ਚੁੱਕੇ ਨੇ। ਤੇ ਇੱਕ ਬੇਟੀ ਸੀ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ, ਤੀਸਰੀ ਬੇਟੀ ਮਹੀਪਿੰਦਰ ਕੌਰ, ਜਿਹਨੇ ਸਾਰੀ ਜ਼ਿੰਦਗੀ ਇਕੱਲਿਆਂ ਕੱਢਦੇ ਹੋਏ ਸ਼ਿਮਲੇ ਦੇ ਨਾਲ ਜਿਹੜੀ ਮਸ਼ਹੂਰਾ ਪ੍ਰਾਪਰਟੀ ਆ, ਉਹਦੇ ਵਿੱਚ ਉਹਨਾਂ ਨੇ ਆਪਦੇ ਅਖੀਰਲੇ ਸਾਲ ਲਏ ਤੇ ਅਖੀਰਲੇ ਸਾਲ ਵੀ ਉਹਨਾਂ ਨੇ ਆਪਦੇ ਮਸ਼ਹੂਰੇ ਕੱਢੇ। ਤੇ ਜਿਹੜਾ ਹੁਣ ਹੋਇਆ ਕਿ ਆਪਣਾ ਹਾਈ ਕੋਰਟ ਵੱਲੋਂ ਇੱਕ ਕੇਸ ਚੱਲ ਰਿਹਾ ਸੀ, ਪਰਿਵਾਰ ਵੱਲੋਂ ਪਾਇਆ ਗਿਆ ਸੀ ਕਿ ਇਹ ਸਾਡੀ ਨਿੱਜੀ ਜਾਇਦਾਦ ਹੈ। ਜਿਹੜੀਆਂ ਲੜਕੀਆਂ ਸੀ ਜਾਂ ਪਰਿਵਾਰ ਦੇ, ਜਿਵੇਂ ਉਹਨਾਂ ਦੇ ਟਿੱਕਾ ਸਾਹਿਬ ਨੇ, ਉਹਨਾਂ ਦੇ ਬ੍ਰਦਰ ਸੀਗੇ ਹਰਿੰਦਰ ਸਿੰਘ ਬਰਾੜ, ਉਹਨਾਂ ਨੇ ਕੇਸ ਪਾਇਆ ਸੀਗਾ ਵੀ ਇਹ ਟਰਸਟ ਤੋੜਿਆ ਜਾਵੇ ਤੇ ਇਸ ਟਰਸਟ ਦੀ ਥਾਂ ਤੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਜਿਹਦੇ ਉੱਤੇ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਇਹ ਬਿੱਲ ਰਾਹੀਂ ਟਰਸਟ ਬਣਿਆ ਸੀ, ਉਹ ਬਿੱਲ ਤੋਂ ਬਾਅਦ ਵੀ ਇੱਕ ਬਿੱਲ ਬਣੀ ਹੈ, ਉਸ ਬਿੱਲ ਨੂੰ ਵੇਖਦੇ ਹੋਏ ਜਿਹੜਾ ਇਹ ਟਰਸਟ ਤੋੜ ਦਿੱਤਾ ਗਿਆ। ਤੇ ਹੁਣ ਜਿਹੜੇ ਟਰਸਟੀਜ਼ ਨੇ, ਜਿਹਦੇ ਚੇਅਰਮੈਨ ਦੀਪਿੰਦਰ ਕੌਰ ਤੇ ਉਹਨਾਂ ਦਾ ਪਰਿਵਾਰ ਹੈ, ਹੁਣ ਉਹ ਸੁਪਰੀਮ ਕੋਰਟ ਜਾਣ ਦੇ ਵਿੱਚ ਨੇ ਤੇ ਸੁਪਰੀਮ ਕੋਰਟ ਜਾ ਕੇ ਇਹਦੇ ਹਾਈ ਕੋਰਟ ਦੇ ਫੈਸਲੇ ਨੂੰ ਉਹ ਚੈਲੰਜ ਕਰਨ। ਫਰੀਦਕੋਟ ਤੋਂ ਬਿਊਰੋ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।